ਸਾਰੇ ਉਮੀਦਵਾਰਾਂ ਦਾ ਸਵਾਗਤ ਹੈ। ਅੱਜ ਦੇ ਇਸ ਖਾਸ ਸੈਸ਼ਨ ਵਿੱਚ ਆਪਾਂ ਇੱਕ ਬਹੁਤ ਹੀ ਅਹਿਮ ਸਵਾਲ ਤੇ ਗੱਲ ਕਰਾਂਗੇ। ਭਾਸ਼ਾ ਆਖਿਰ ਵਿਕਸਿਤ ਕਿਵੇਂ ਹੁੰਦੀ ਹੈ? ਇਸ ਸਵਾਲ ਦੇ ਜਵਾਬ ਵਿੱਚ ਪਿਆਜ਼ੇ, ਵਾਈਗੋਟਸਕੀ ਅਤੇ ਚੌਮਸਕੀ ਵਰਗੇ ਮਹਾਨ ਚਿੰਤਕਾਂ ਨੇ ਆਪਣੇ ਵਿਚਾਰ ਦਿੱਤੇ। ਪੀਐਸਟੀਈਟੀ ਪ੍ਰੀਖਿਆ ਲਈ ਇਹਨਾਂ ਦੇ ਵਿਚਾਰਾਂ ਵਿਚਲਾ ਫਰਕ ਸਮਝਣਾ ਬੇहद ਜ਼ਰੂਰੀ ਹੈ। ਤੇ ਚਲੋ ਇਹਨਾਂ ਸਿਧਾਂਤਾਂ ਨੂੰ ਡੂੰਘਾਈ ਨਾਲ ਸਮਝੀਏ। ਤਾਂ ਚਲੋ ਇੱਕ ਨਜ਼ਰ ਮਾਰਦੇ ਹਾਂ ਕਿ ਅੱਜ ਆਪਾਂ ਕੀ ਸਮਝਣ ਵਾਲੇ ਹਾਂ। ਆਪਾਂ ਭਾਸ਼ਾ ਦੀਆਂ ਬੁਨਿਆਦਾਂ ਤੋਂ ਸ਼ੁਰੂ ਕਰਾਂਗੇ, ਫਿਰ ਤਿੰਨਾਂ ਮਹਾਨ ਚਿੰਤਕਾਂ ਪਿਆਜ਼ੇ, ਵਾਈਗੋਟਸਕੀ ਅਤੇ ਚੌਮਸਕੀ ਦੇ ਨਜ਼ਰੀਏ ਨੂੰ ਇੱਕ-ਇੱਕ ਕਰਕੇ ਦੇਖਾਂਗੇ। ਉਸ ਤੋਂ ਬਾਅਦ ਆਪਾਂ ਇਹਨਾਂ ਦੀ ਇੱਕ ਸਿੱਧੀ ਤੁਲਨਾ ਕਰਾਂਗੇ ਅਤੇ ਅੰਤ ਵਿੱਚ ਪ੍ਰੀਖਿਆ ਲਈ ਸਭ ਤੋਂ ਜ਼ਰੂਰੀ ਨੁਕਤਿਆਂ ਤੇ ਗੱਲ ਕਰਾਂਗੇ। ਠੀਕ ਹੈ, ਤਾਂ ਸਿਧਾਂਤਾਂ ਦੀ ਡੂੰਘਾਈ ਵਿੱਚ ਜਾਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਭਾਸ਼ਾ ਦੀ ਬੁਨਿਆਦ ਨੂੰ ਚੰਗੀ ਤਰ੍ਹਾਂ ਸਮਝ ਲਈਏ। ਤਾਂ ਭਾਸ਼ਾ ਹੈ ਕੀ? ਇਹ ਸਿਰਫ ਸ਼ਬਦ ਨਹੀਂ, ਬਲਕਿ ਆਪਣੇ ਭਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ। ਇਹ ਸੰਸਕ੍ਰਿਤ ਦੇ ਸ਼ਬਦ ਭਾਸ਼ ਤੋਂ ਆਇਆ, ਜਿਸ ਦਾ ਮਤਲਬ ਹੈ ਬੋਲਣਾ। ਪਰ ਇੱਥੇ ਦੋ ਗੱਲਾਂ ਬਹੁਤ ਖਾਸ ਨੇ। ਪਹਿਲੀ, ਇਹ ਇੱਕ ਸਮਾਜਿਕ ਸਾਧਨ ਹੈ ਅਤੇ ਦੂਜੀ, ਇਹ ਕਦੇ ਵੀ ਰੁਕਦੀ ਨਹੀਂ, ਹਮੇਸ਼ਾ ਬਦਲਦੀ ਰਹਿੰਦੀ ਹੈ। ਇਹ ਦੂਜਾ ਨੁਕਤਾ, ਭਾਸ਼ਾ ਦਾ ਲਗਾਤਾਰ ਬਦਲਣਾ, ਖਾਸ ਤੌਰ ਤੇ ਵਾਈਗੋਟਸਕੀ ਦੇ ਵਿਚਾਰਾਂ ਨਾਲ ਮੇਲ ਖਾਂਦਾ ਹੈ, ਜੋ ਸਮਾਜਿਕ ਪ੍ਰਭਾਵ ਤੇ ਬਹੁਤ ਜ਼ੋਰ ਦਿੰਦੇ ਸਨ। ਅਤੇ ਜੇਕਰ ਆਪਾਂ ਆਪਣੀ ਪੰਜਾਬੀ ਭਾਸ਼ਾ ਦੇ ਇਤਿਹਾਸ ਤੇ ਹੀ ਨਜ਼ਰ ਮਾਰੀਏ ਤਾਂ ਇਹ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ। ਦੇਖੋ ਕਿਵੇਂ ਪੰਜਾਬੀ ਪ੍ਰਾਚੀਨ ਸੰਸਕ੍ਰਿਤਾਂ ਨਿਕਲ ਕੇ ਫਿਰ ਪ੍ਰਾਕ੍ਰਿਤਾਂ ਤੋਂ ਹੁੰਦੀ ਹੋਈ ਅੱਜ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਸਫ਼ਰ ਖੁਦ ਇਸ ਗੱਲ ਦਾ ਸਬੂਤ ਹੈ ਕਿ ਭਾਸ਼ਾ ਸਥਿਰ ਨਹੀਂ ਹੁੰਦੀ, ਇਹ ਸਮਾਜ ਅਤੇ ਸਮੇਂ ਦੇ ਨਾਲ-ਨਾਲ ਵਿਕਸਿਤ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਵਾਈਗੋਟਸਕੀ ਨੇ ਕਿਹਾ ਸੀ। ਅੱਛਾ, ਇੱਥੇ ਇੱਕ ਬਹੁਤ ਹੀ ਦਿਲਚਸਪ ਸਵਾਲ ਬਣਦਾ ਹੈ ਕਿ ਕੀ ਭਾਸ਼ਾ ਆਪਣੇ ਆਪ ਆ ਜਾਂਦੀ ਹੈ, ਜਿਵੇਂ ਆਪਾਂ ਸਾਹ ਲੈਂਦੇ ਹਾਂ, ਜਾਂ ਇਸ ਨੂੰ ਬਕਾਇਦਾ ਸਿੱਖਣਾ ਪੈਂਦਾ ਹੈ, ਜਿਵੇਂ ਸਕੂਲ ਵਿੱਚ ਗਣਿਤ ਸਿੱਖਦੇ ਹਾਂ? ਬਸ ਇਹੀ ਫਰਕ ਹੈ ਭਾਸ਼ਾ ਨੂੰ ਗ੍ਰਹਿਣ ਕਰਨ ਅਤੇ ਸਿੱਖਣ ਵਿੱਚ। ਗ੍ਰਹਿਣ ਕਰਨਾ ਇੱਕ ਕੁਦਰਤੀ ਪ੍ਰਕਿਰਿਆ ਹੈ, ਜਦਕਿ ਸਿੱਖਣਾ ਇੱਕ ਯੋਜਨਾਬੱਧ ਕੋਸ਼ਿਸ਼ ਹੈ। ਚਲੋ ਇਸ ਨੂੰ ਕੁਝ ਉਦਾਹਰਣਾਂ ਨਾਲ ਸਮਝਦੇ ਹਾਂ। ਪਹਿਲੀ ਸਥਿਤੀ ਦੇਖੋ, ਇੱਕ ਛੋਟਾ ਬੱਚਾ ਆਪਣੇ ਘਰ ਵਿੱਚ ਪੰਜਾਬੀ ਸੁਣ ਕੇ ਹੀ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਸਨੂੰ ਕੋਈ ਨਿਯਮ ਨਹੀਂ ਸਿਖਾਉਂਦਾ। ਇਹ ਹੈ ਗ੍ਰਹਿਣ ਕਰਨਾ। ਹੁਣ ਦੂਜੀ ਸਥਿਤੀ ਦੇਖੋ, ਇੱਕ ਵਿਦਿਆਰਥੀ ਕਲਾਸ ਵਿੱਚ ਅੰਗਰੇਜ਼ੀ ਦੇ ਗ੍ਰਾਮਰ ਰੂਲਸ ਰੱਟ ਰਿਹਾ ਹੈ। ਇਹ ਹੈ ਸਿੱਖਣਾ। ਪ੍ਰੀਖਿਆ ਵਿੱਚ ਇਹਨਾਂ ਦੋਵਾਂ ਵਿਚਲਾ ਅੰਤਰ ਪਹਿਚਾਨਣਾ ਬਹੁਤ ਜ਼ਰੂਰੀ ਹੋਵੇਗਾ। ਚਲੋ ਹੁਣ ਆਪਾਂ ਆਪਣੇ ਪਹਿਲੇ ਚਿੰਤਕ ਜੀਨ ਪਿਆਜ਼ੇ ਦੀ ਗੱਲ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਉਹ ਭਾਸ਼ਾ ਨੂੰ ਦਿਮਾਗ ਨਾਲ ਕਿਵੇਂ ਜੋੜਦੇ ਸਨ। ਪਿਆਜ਼ੇ ਦਾ ਮੰਨਣਾ ਬਹੁਤ ਸਾਫ਼ ਸੀ। ਉਹ ਕਹਿੰਦੇ ਸਨ ਕਿ ਪਹਿਲਾ ਦਿਮਾਗ ਫਿਰ ਭਾਸ਼ਾ। ਮਤਲਬ ਇੱਕ ਬੱਚੇ ਦੇ ਮਨ ਵਿੱਚ ਪਹਿਲਾ ਵਿਚਾਰ ਆਉਂਦਾ ਹੈ, ਸ਼ਬਦ ਬਾਅਦ ਵਿੱਚ। ਜਦੋਂ ਤੱਕ ਇੱਕ ਬੱਚਾ ਕਿਸੇ ਚੀਜ਼ ਨੂੰ ਆਪਣੇ ਦਿਮਾਗ ਵਿੱਚ ਸਮਝ ਨਹੀਂ ਲੈਂਦਾ, ਉਦੋਂ ਤੱਕ ਉਹ ਉਸ ਲਈ ਸ਼ਬਦ ਨਹੀਂ ਵਰਤ ਸਕਦਾ। ਸੋਚ ਭਾਸ਼ਾ ਤੋਂ ਪਹਿਲਾਂ ਆਉਂਦੀ ਹੈ। ਇਹ ਇੱਕ ਬਹੁਤ ਹੀ ਖਾਸ ਸੰਕਲਪ ਹੈ ਪਿਆਜ਼ੇ ਦਾ, ਕਲੈਕਟਿਵ ਮੋਨੋਲੋਗ ਜਾਂ ਸਮੂਹਿਕ ਇਕਾਲਾਪ। ਇਸ ਦਾ ਮਤਲਬ ਕੀ ਹੈ? ਕਦੇ ਦੇਖਿਆ ਹੈ ਇੱਕ ਛੋਟੇ ਬੱਚੇ ਨੂੰ ਜੋ ਖੇਡਦੇ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ, ਭਾਵੇਂ ਕੋਲ ਕੋਈ ਹੋਰ ਬੈਠਾ ਹੋਵੇ? ਪਿਆਜ਼ੇ ਇਸ ਨੂੰ ਆਤਮ-ਕੇਂਦਰਿਤ ਭਾਸ਼ਣ ਕਹਿੰਦੇ ਸਨ। ਮਤਲਬ ਬੱਚਾ ਸਿਰਫ ਆਪਣੇ ਨਜ਼ਰੀਏ ਤੋਂ ਬੋਲ ਰਿਹਾ ਹੈ, ਦੂਜੇ ਨਾਲ ਗੱਲ ਕਰਨ ਲਈ ਨਹੀਂ। ਉਹ ਇੱਕ ਇਕੱਲੇ ਵਿਗਿਆਨੀ ਵਾਂਗ ਹੈ। ਹੁਣ ਆਉਂਦੀ ਆ ਵਾਈਗੋਟਸਕੀ ਤੇ, ਜਿਨ੍ਹਾਂ ਦਾ ਨਜ਼ਰੀਆ ਪਿਆਜ਼ੇ ਤੋਂ ਬਿਲਕੁਲ ਵੱਖਰਾ ਸੀ। ਉਹ ਭਾਸ਼ਾ ਨੂੰ ਸਮਾਜ ਦੇ ਸ਼ੀਸ਼ੇ ਵਿੱਚੋਂ ਦੇਖਦੇ ਸਨ। ਵਾਈਗੋਟਸਕੀ ਲਈ ਸਭ ਕੁਝ ਸਮਾਜ ਤੋਂ ਸ਼ੁਰੂ ਹੁੰਦਾ ਹੈ। ਉਹ ਕਹਿੰਦੇ ਸਨ ਕਿ ਭਾਸ਼ਾ ਤੇ ਵਿਚਾਰ ਵੱਖ-ਵੱਖ ਨਹੀਂ, ਸਗੋਂ ਇਕੱਠੇ ਪੈਦਾ ਹੁੰਦੇ ਨੇ। ਅਤੇ ਇਹ ਹੁੰਦਾ ਕਿਵੇਂ ਹੈ? ਸਮਾਜ ਵਿੱਚ ਦੂਜਿਆਂ ਨਾਲ ਗੱਲਬਾਤ ਕਰਕੇ। ਉਹਨਾਂ ਲਈ ਬੱਚਾ ਇੱਕ ਸਮਾਜਿਕ ਸਿਖੰਦਰੂ ਹੈ ਅਤੇ ਭਾਸ਼ਾ ਉਹ ਔਜ਼ਾਰ ਹੈ ਜੋ ਸਮਾਜ ਉਸ ਨੂੰ ਸੋਚਣ ਲਈ ਦਿੰਦਾ ਹੈ। ਅਤੇ ਇੱਥੇ ਹੀ ਪਿਆਜ਼ੇ ਤੇ ਵਾਈਗੋਟਸਕੀ ਵਿਚਾਲੇ ਸਭ ਤੋਂ ਵੱਡਾ ਫਰਕ ਸਾਹਮਣੇ ਆਉਂਦਾ ਹੈ, ਖਾਸ ਕਰਕੇ ਪ੍ਰੀਖਿਆ ਲਈ ਇਸ ਨੂੰ ਯਾਦ ਰੱਖਣਾ। ਉਹੀ ਬੱਚਾ ਜੋ ਆਪਣੇ ਆਪ ਨਾਲ ਗੱਲ ਕਰ ਰਿਹਾ ਹੈ, ਪਿਆਜ਼ੇ ਕਹਿੰਦੇ ਨੇ ਕਿ ਇਹ ਆਤਮ-ਕੇਂਦਰਿਤ ਹੈ, ਪਰ ਵਾਈਗੋਟਸਕੀ ਕਹਿੰਦੇ ਨੇ ਨਹੀਂ, ਇਹ ਨਿੱਜੀ ਭਾਸ਼ਣ ਹੈ। ਬੱਚਾ ਅਸਲ ਵਿੱਚ ਭਾਸ਼ਾ ਦੀ ਵਰਤੋਂ ਇੱਕ ਔਜ਼ਾਰ ਵਜੋਂ ਕਰ ਰਿਹਾ ਹੈ ਤਾਂ ਕਿ ਉਹ ਆਪਣੀ ਸੋਚ ਅਤੇ ਕੰਮ ਨੂੰ ਦਿਸ਼ਾ ਦੇ ਸਕੇ। ਦੇਖੋ ਕਿੰਨਾ ਫਰਕ ਹੈ ਦੋਵਾਂ ਦੀ ਸੋਚ ਵਿੱਚ। ਚਲੋ ਹੁਣ ਇੱਕ ਤੀਸਰੇ ਨਜ਼ਰੀਏ ਦੀ ਗੱਲ ਕਰੀਏ ਜੋ ਇਹਨਾਂ ਦੋਵਾਂ ਤੋਂ ਬਿਲਕੁਲ ਵੱਖਰਾ ਹੈ। ਇਹ ਹੈ ਨੋਮ ਚੌਮਸਕੀ ਦਾ ਜਮਾਂਦਰੂ ਜਾਂ ਕੁਦਰਤੀ ਵਿਚਾਰ। ਚੌਮਸਕੀ ਨੇ ਇੱਕ ਬਿਲਕੁਲ ਹੀ ਵੱਖਰੀ ਗੱਲ ਕਹੀ। ਉਹਨਾਂ ਦਾ ਮੰਨਣਾ ਸੀ ਕਿ ਭਾਸ਼ਾ ਨਾ ਤਾਂ ਸਿਰਫ ਦਿਮਾਗੀ ਵਿਕਾਸ ਦਾ ਨਤੀਜਾ ਹੈ ਤੇ ਨਾ ਹੀ ਸਿਰਫ ਸਮਾਜ ਦੀ ਦੇਣ, ਬਲਕਿ ਭਾਸ਼ਾ ਸਿੱਖਣ ਦੀ ਕਾਬਲੀਅਤ ਸਾਨੂੰ ਜਨਮ ਤੋਂ ਹੀ ਮਿਲਦੀ ਹੈ। ਇਹ ਸਾਡੇ ਦਿਮਾਗ ਵਿੱਚ ਇੱਕ ਆਪਰੇਟਿੰਗ ਸਿਸਟਮ ਵਾਂਗ ਪਹਿਲਾਂ ਤੋਂ ਹੀ ਫਿੱਟ ਹੁੰਦੀ ਹੈ।
ਇਸ ਵਿਚਾਰ ਨੂੰ ਸਮਝਾਉਣ ਲਈ ਉਹਨਾਂ ਨੇ ਇੱਕ ਸੰਕਲਪ ਦਿੱਤਾ ਜਿਸ ਨੂੰ ਕਹਿੰਦੇ ਨੇ LAD ਯਾਨੀ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ। ਸੋਚੋ ਕਿ ਇਹ ਦਿਮਾਗ ਵਿੱਚ ਇੱਕ ਖਾਸ ਹਿੱਸਾ ਹੈ, ਇੱਕ ਤਰ੍ਹਾਂ ਦਾ ਮਾਨਸਿਕ ਔਜ਼ਾਰ ਜੋ ਸਿਰਫ ਮਨੁੱਖਾਂ ਕੋਲ ਹੈ। ਇਸੇ ਕਰਕੇ ਬੱਚੇ ਬਿਨਾਂ ਸਿਖਾਈ ਹੀ ਕਿਸੇ ਵੀ ਭਾਸ਼ਾ ਦੇ ਨਿਯਮਾਂ ਨੂੰ ਆਪਣੇ ਆਪ ਸਮਝ ਲੈਂਦੇ ਹਨ। ਵਾਤਾਵਰਣ ਸਿਰਫ ਇਸ ਔਜ਼ਾਰ ਨੂੰ ਚਾਲੂ ਕਰਦਾ ਹੈ। ਠੀਕ ਹੈ, ਹੁਣ ਆਪਾਂ ਤਿੰਨਾਂ ਨੂੰ ਵੱਖ-ਵੱਖ ਸਮਝ ਲਿਆ ਹੈ, ਤਾਂ ਕਿਉਂ ਨਾ ਇਹਨਾਂ ਨੂੰ ਆਮੋ-ਸਾਹਮਣੇ ਰੱਖ ਕੇ ਦੇਖੀਏ ਤਾਂ ਕਿ ਫਰਕ ਬਿਲਕੁਲ ਸਾਫ਼ ਹੋ ਜਾਵੇ ਅਤੇ ਯਾਦ ਰੱਖਣਾ ਵੀ ਸੌਖਾ ਹੋ ਜਾਵੇ। ਇਸ ਟੇਬਲ ਤੇ ਇੱਕ ਨਜ਼ਰ ਮਾਰੋ। ਇਹ ਪੂਰੀ ਬਹਿਸ ਦਾ ਸਾਰ ਹੈ। ਪਿਆਜ਼ੇ ਲਈ ਭਾਸ਼ਾ ਅੰਦਰੋਂ ਬਾਹਰ ਵੱਲ ਆਉਂਦੀ ਹੈ, ਯਾਨੀ ਅੰਦਰੂਨੀ ਦਿਮਾਗੀ ਵਿਕਾਸ ਜ਼ਰੂਰੀ ਹੈ। ਵਾਈਗੋਟਸਕੀ ਲਈ ਭਾਸ਼ਾ ਬਾਹਰੋਂ ਅੰਦਰ ਵੱਲ ਜਾਂਦੀ ਹੈ, ਯਾਨੀ ਸਮਾਜ ਹੀ ਸਭ ਕੁਝ ਹੈ। ਅਤੇ ਚੋਮਸਕੀ ਲਈ ਸਾਰੀ ਖੇਡ ਜਮਾਂਦਰੂ ਕਾਬਲੀਅਤ ਦੀ ਹੈ, ਜਿਸ ਨੂੰ ਸਮਾਜ ਸਿਰਫ ਇੱਕ ਚਿੰਗਿਆਰੀ ਦਿੰਦਾ ਹੈ। ਇਹ ਉਹ ਕੇਂਦਰੀ ਸਵਾਲ ਹੈ ਜੋ ਇਹਨਾਂ ਤਿੰਨਾਂ ਨੂੰ ਵੱਖ ਕਰਦਾ ਹੈ। ਚਲੋ ਹੁਣ ਸਭ ਤੋਂ ਜ਼ਰੂਰੀ ਹਿੱਸੇ ਵੱਲ ਵਧਦੇ ਹਾਂ। ਪ੍ਰੀਖਿਆ ਵਿੱਚ ਇਸ ਜਾਣਕਾਰੀ ਦੀ ਵਰਤੋਂ ਕਿਵੇਂ ਕਰਨੀ ਹੈ? ਆਓ ਕੁਝ ਮੁੱਖ ਗੱਲਾਂ ਤੇ ਧਿਆਨ ਦਈਏ। ਪ੍ਰੀਖਿਆ ਵਿੱਚ ਸਵਾਲ ਕਿਸ ਤਰ੍ਹਾਂ ਦੇ ਬਣ ਸਕਦੇ ਨੇ? ਹੋ ਸਕਦਾ ਹੈ ਸਿੱਧਾ ਪੁੱਛਿਆ ਜਾਵੇ ਕਿ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਦਾ ਸੰਕਲਪ ਕਿਸਨੇ ਦਿੱਤਾ, ਜਾਂ ਫਿਰ ਇੱਕ ਸਥਿਤੀ ਦੇ ਕੇ ਪੁੱਛਿਆ ਜਾ ਸਕਦਾ ਹੈ, ਜਿਵੇਂ ਕਿ ਇੱਕ ਬੱਚਾ ਖੇਡਦੇ ਹੋਏ ਆਪਣੇ ਆਪ ਨਾਲ ਗੱਲ ਕਰ ਰਿਹਾ ਹੈ, ਪਿਆਜੇ ਇਸ ਨੂੰ ਕੀ ਕਹਣਗੇ। ਇਸ ਲਈ ਸਿਰਫ ਪਰਿਭਾਸ਼ਾਵਾਂ ਨਹੀਂ, ਸਗੋਂ ਉਹਨਾਂ ਦਾ ਆਪਸੀ ਫਰਕ ਸਮਝਣਾ ਵੀ ਜ਼ਰੂਰੀ ਹੈ। ਅਤੇ ਜੇ ਪ੍ਰੀਖਿਆ ਵਿੱਚ ਸਮਾਂ ਬਚਾਉਣਾ ਹੈ ਅਤੇ ਤੇਜ਼ੀ ਨਾਲ ਸਹੀ ਜਵਾਬ ਦੇਣਾ ਹੈ ਤਾਂ ਬਸ ਇਹ 3 ਸ਼ਬਦ ਯਾਦ ਰੱਖਣੇ ਨੇ। ਜਿੱਥੇ ਵੀ ਸਵਾਲ ਬੋਧ, ਮਾਨਸਿਕ ਪੜਾਵਾਂ ਜਾਂ ਸੋਚ ਬਾਰੇ ਹੋਵੇ, ਜਵਾਬ ਜ਼ਿਆਦਾਤਰ ਪਿਆਜ਼ੇ ਹੋਵੇਗਾ। ਜੇਕਰ ਸਵਾਲ ਵਿੱਚ ਸਮਾਜ, ਸੱਭਿਆਚਾਰ ਜਾਂ ਆਪਸੀ ਗੱਲਬਾਤ ਦਾ ਜ਼ਿਕਰ ਹੋਵੇ ਤਾਂ ਵਾਈਗੋਟਸਕੀ ਤੇ ਧਿਆਨ ਦਿਓ। ਅਤੇ ਜੇਕਰ ਜਮਾਂਦਰੂ, ਕੁਦਰਤੀ ਜਾਂ ਜੀਵ ਵਿਗਿਆਨਿਕ ਬਣਤਰ ਦੀ ਗੱਲ ਹੋਵੇ ਤਾਂ ਜਵਾਬ ਚੋਮਸਕੀ ਹੋਵੇਗਾ। ਤਾਂ ਫਿਰ ਅਖੀਰ ਵਿੱਚ ਇੱਕ ਵੱਡਾ ਸਵਾਲ ਸੋਚਣ ਲਈ ਛੱਡਦੇ ਹਾਂ। ਜੇ ਚੋਮਸਕੀ ਸਹੀ ਹਨ ਕਿ ਭਾਸ਼ਾ ਦੀ ਕਾਬਲੀਅਤ ਸਾਡੇ ਅੰਦਰ ਜਨਮ ਤੋਂ ਹੀ ਹੈ, ਤਾਂ ਫਿਰ ਵਾਈਗੋਟਸਕੀ ਦਾ ਸਮਾਜ ਅਤੇ ਪਿਆਜੇ ਦਾ ਦਿਮਾਗੀ ਵਿਕਾਸ ਇੰਨਾ ਜ਼ਰੂਰੀ ਕਿਉਂ ਹੈ? ਸ਼ਾਇਦ ਸੱਚਾਈ ਇਹ ਹੈ ਕਿ ਤਿੰਨੋਂ ਸਿਧਾਂਤ ਇੱਕ ਦੂਜੇ ਦੇ ਵਿਰੋਧੀ ਨਹੀਂ, ਬਲਕਿ ਇੱਕ ਹੀ ਤਸਵੀਰ ਦੇ 3 ਵੱਖ-ਵੱਖ ਪਰ ਜ਼ਰੂਰੀ ਹਿੱਸੇ ਹਨ। ਇਸ ਗੁੰਝਲਦਾਰ ਸਵਾਲ ਤੇ ਸੋਚਣਾ ਹੀ ਇਸ ਵਿਸ਼ੇ ਦੀ ਅਸਲ ਸਮਝ ਵੱਲ ਪਹਿਲਾ ਕਦਮ ਹੈ।